ਵੈਲਕਮ ਬੈਕ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬਿਜਲੀ ਦੇ ਸਮਝੌਤੇ ਪੰਜਾਬ ਦੇ ਵਿੱਚ ਹੋਏ ਉਹ ਉਹਨਾਂ 'ਚ ਗਲਤ ਕੀ ਹੈ, ਉਹਨਾਂ 'ਚ ਮਾੜਾ ਕੀ ਹੈ, ਉਹਨਾਂ ਦੀ ਪ੍ਰੋਬਲਮ ਕੀ ਹੈ। ਮੇਨ 3 ਪੁਆਇੰਟ ਹੈ ਜਿਹੜੇ ਕਿ ਪ੍ਰੋਬਲਮੈਟਿਕ ਹੈ ਇਹਨਾਂ ਸਮਝੌਤਿਆਂ ਦੇ ਵਿੱਚ। ਪਹਿਲਾ ਪੁਆਇੰਟ ਇਹ ਹੈ ਕਿ ਤੁਸੀਂ ਬਿਜਲੀ ਖਰੀਦੀ ਚਾਹੇ ਤੁਸੀਂ ਨਹੀਂ ਖਰੀਦੀ, ਤੁਹਾਨੂੰ ਉਹਦਾ ਇੱਕ ਫਿਕਸਡ ਚਾਰਜ ਜਿਹੜਾ ਉਹ ਦੇਣਾ ਹੀ ਪਏਗਾ, ਤੁਹਾਨੂੰ ਉਹਦੀ ਪੇਮੈਂਟ ਕਰਨੀ ਹੀ ਪਏਗੀ। मतलब कि ਤੁਹਾਨੂੰ ਉਹਨਾਂ ਤੋਂ ਬਿਜਲੀ ਲੈ ਲਓ ਚਾਹੇ ਨਾ ਲਓ, ਤੁਹਾਨੂੰ ਪੈਸਾ ਦੇਣਾ ਪਏਗਾ। दूसरा जो पॉइंट है वो प्रॉब्लमैटिक ये है कि अगर मान लो ਜਿਹੜਾ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਹੈ, ਅਗਰ ਆਪਾਂ ਨੂੰ ਬਿਜਲੀ ਨਹੀਂ ਦੇ ਰਿਹਾ, ਕਿਸੇ ਤਰ੍ਹਾਂ ਆਪਾਂ ਨੂੰ ਬਿਜਲੀ ਦੇਣ ਚ ਲੇਟ ਹੋ ਗਿਆ ਜਾਂ ਉਹਨਾਂ ਦੇ ਆਪਣੀ ਕੋਈ ਟੈਕਨੀਕਲ ਵੀ ਪ੍ਰੋਬਲਮ ਆ ਗਈ, ਤਾਂ ਪੰਜਾਬ ਸਰਕਾਰ ਉਹਨਾਂ ਨੂੰ ਕਹਿ ਨਹੀਂ ਸਕਦੀ, ਉਹਨਾਂ ਤੇ ਕੋਈ ਫਾਈਨ, ਕੋਈ जुर्माना, कोई पेनल्टी नहीं लगा सकती भी तुसी साडी लोड़ क्यों नहीं पूरी कीती। और तीसरा जो पॉइंट है वो ये है कि ਜਿਹੜਾ ਕੋਲ ਵਾਸ਼ਿੰਗ ਹੈ, ਕੋਲੇ ਨੂੰ ਧੋਣਾ, ਜੋ ਆਪਾਂ ਬਾਅਦ ਵਿੱਚ ਇਹ ਗੱਲ ਨੂੰ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਕਰਾਂਗੇ ਕਿ ਉਹਦੇ ਬਾਰੇ ਕੋਈ ਵੀ ਚੀਜ਼ ਮੈਂਸ਼ਨਡ ਨਹੀਂ ਹੈ। ਸੋ ਕੋਲਾ ਤਾਂ ਹਰ ਇੱਕ ਖਾਣ ਦਾ ਅਲੱਗ-ਅਲੱਗ ਹੁੰਦਾ ਹੈ, ਸੋ ਉਹਦਾ ਜੋ ਪਾਰਟਿਕੂਲਰ ਰੇਟ ਹੈ, ਉਹਦਾ ਮੈਕੈਨਿਜ਼ਮ ਆ, ਉਹ ਇਨਾ ਪੀਪੀਐਸ ਦੇ ਵਿੱਚ ਮੈਂਸ਼ਨਡ ਨਹੀਂ ਹੈ। ਔਰ ਇਹੀ 3 ਕਾਰਨ ਜੋ ਮੇਨ ਹੈ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਬਿਜਲੀ ਸਮਝੌਤਿਆਂ ਨੂੰ ਫਾਲਟੀ ਬਣਾਉਂਦੇ ਆ। ਬਿਜਲੀ ਸਮਝੌਤਿਆਂ ਦੇ ਵਿੱਚ ਜੋ ਬਿਜਲੀ ਦਾ ਮੁੱਲ ਹੈ ਉਹ 2 ਤਰ੍ਹਾਂ ਨਾਲ ਡਿਸਾਈਡ ਹੁੰਦਾ ਹੈ। ਪਹਿਲਾ ਹੈਗਾ ਹੈ ਕੈਪੈਸਿਟੀ ਚਾਰजेस, ਜਿਹੜੇ ਫਿਕਸਡ ਹੁੰਦਾ ਹੈ, ਜਿਹੜੇ ਫਿਕਸ ਚਾਰजेस ਵੀ ਕਹੇ ਜਾ ਸਕਦੇ ਆ। ਦੂਸਰਾ ਹੁੰਦਾ ਵੇਰੀਏਬਲ ਕਾਸਟ। ਸਭ ਤੋਂ ਪਹਿਲਾਂ ਆਪਾਂ ਫਿਕਸ ਚਾਰजेस ਦੀ ਗੱਲ ਕਰਦੇ ਆ। ਅਸਲ ਦੇ ਵਿੱਚ ਤਾਂ ਇਹ ਦੋਨੋਂ ਹੀ ਕਾਸਟ, ਵੇਰੀਏਬਲ ਵੀ ਔਰ ਜਿਹੜੀ ਫਿਕਸਡ ਹੈ, ਇਹ ਦੋਨੋਂ ਹੀ ਪ੍ਰੋਬਲਮੈਟਿਕ ਹੈ ਇਹਦੇ ਵਿੱਚ ਜਦੋਂ ਡਿਸਾਈਡ ਕੀਤੀਆਂ ਗਈਆਂ। ਫਿਕਸਡ ਕਾਸਟ ਦਾ ਮਤਲਬ ਇਹ ਹੋ ਗਿਆ ਕਿ ਜਿੱਦਾਂ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਫਿਕਸ ਹੋ ਗਿਆ ਕਿ ਜੇਕਰ ਕੰਪਨੀ, ਕੋਈ ਵੀ ਪ੍ਰਾਈਵੇਟ ਕੰਪਨੀ, ਅਗਰ ਮੰਨ ਲਓ ਕਿ ਉਹ ਕਹਿੰਦੇ ਵੀ ਅਸੀਂ 100% ਬਿਜਲੀ ਬਣਾ ਰਹੇ ਹਾਂ, ਤਾਂ ਜਿਹੜਾ ਪੰਜਾਬ ਸੂਬਾ ਆ ਉਹ ਸਾਡੀ ਪਹਿਲੀ ਗੱਲ ਤਾਂ ਚਾਹੇ 50% ਬਿਜਲੀ ਲਏ, ਚਾਹੇ ਸਾਡੇ ਉਹ 80% ਬਿਜਲੀ ਖਰੀਦਣ, ਪਰ ਉਹਨਾਂ ਨੂੰ ਜਿਹੜੀ ਫਿਕਸਡ ਕਾਸਟ ਹੈ ਉਹ 100 ਦੀ 100% ਤੇ ਸਾਨੂੰ ਦੇਣੀ ਪਏਗੀ। ਉਹਨਾਂ ਨੇ ਨਾਲ ਆਪਣੇ ਇਦਾਂ ਦੇ ਬਹਾਨੇ ਲਾਏ ਹੋਣਗੇ ਕਿ अगर तुसी साडी बिजली नहीं खरीदोगे असी तो डुब जाएंगे, साडी कंपनी चलेगी नहीं, असी तो किसी होर नूं बेच भी नहीं सकते। और इत्थे लालच भी दिते गए होने आ, ये भी इन्वॉल्व है क्योंकि प्रैस कॉन्फ्रेंसिस दे विच ये बहुत जिहड़े इंजीनियर्स आ, पोलीटिकल लोग सी पुरानियां, उन्हां दी आपां रिसर्च करके देखिए तो कहंदे ने कि पंजाब सरप्लस सूबा सी, सानू लगा पंजाब कोल इन्नी बिजली होएगी तो असी नाल दे सूबियां नूं वेच दांगे, साडे कोल अल्टीमेटली ये पैसा वापस आ जाऊगा। सो ये जिहड़ा एग्रीमेंट दा एक ਇਹ ਸੀਗਾ ਕਲੌਜ਼ ਵੀ, ਚਾਹੇ ਤੁਸੀਂ 50% ਬਿਜਲੀ ਖਰੀਦੋ ਚਾਹੇ 100% ਖਰੀਦੋ, ਤੁਹਾਨੂੰ ਪੈਸੇ ਸਾਰੇ ਦੇ ਸਾਰੇ ਹੀ ਦੇਣੇ ਪੈਣਗੇ। ਪੰਜਾਬ ਸਟੇਟ ਦੀ ਪਾਵਰ ਕਾਰਪੋਰੇਸ਼ਨ ਹੈ, ਉਹਨਾਂ ਨੇ 5400 ਕਰੋੜ ਰੁਪਇਆ ਐਦਾਂ ਦਾ ਭਰਿਆ ਆ ਪਿਛਲੇ ਕੁਝ ਸਾਲਾਂ ਦੇ ਵਿੱਚ, ਜਿਹੜੀ ਬਿਜਲੀ ਨੂੰ ਪੰਜਾਬ ਸੂਬੇ ਨੇ ਵਰਤਿਆ ਹੀ ਨਹੀਂ। ਸੋ ਇਹ ਜਿਹੜੀ ਇੱਕ ਜਿਹੜਾ ਕਨਸੈਪਟ ਹੈ ਇਹ ਥੋੜਾ ਸਮਝ ਤੋਂ ਬਾਹਰ ਹੈ, ਔਰ ਇਹੀ ਪੰਜਾਬ ਨੂੰ ਇਸ ਟਾਈਮ ਤੇ ਮਹਿੰਗਾ ਪੈ ਰਿਹਾ। ਪੰਜਾਬ ਸਟੇਟ ਕਾਰਪੋਰੇਸ਼ਨ ਵੀ ਆਪਣੀ ਜੇਬ ਚੋਂ ਪੈਸਾ ਨਹੀਂ ਪਾਉਂਦੇ, ਇਟ ਇਜ਼ ਬੀਇੰਗ ਪੇਡ ਬਾਈ ਦਾ ਮਨੀ, ਜਿਹੜੀ ਟੈਕਸਿਸ ਦੇ ਥਰੂ ਲੋਕ ਸਰਕਾਰ ਦੇ ਕੋਲ ਰੈਵਨਿਊ ਇਕੱਠਾ ਹੁੰਦਾ ਹੈ ਤੇ ਜਿਹੜੇ ਲੋਕ ਆਪਣਾ ਬਿੱਲ ਭਰਦੇ ਆ ਉਹਦੇ ਵਿੱਚੋਂ ਇਟ ਇਜ਼ ਬੀਇੰਗ ਪੇਡ। ਇਹੀ ਕਾਰਨ ਹੈ ਕਿ ਦਿੱਲੀ ਦੇ ਵਿੱਚ ਅਗਰ ਬਿਜਲੀ 3 ਰੁਪਏ ਪਰ ਯੂਨਿਟ ਹੈ, ਹਰਿਆਣਾ ਦੇ ਵਿੱਚ 2.5 ਰੁਪਏ ਪਰ ਯੂਨਿਟ ਹੈ, ਔਰ ਪੰਜਾਬ ਦੇ ਵਿੱਚ 8 ਰੁਪਏ ਪ੍ਰਤੀ ਯੂਨਿਟ ਹੈ। ਚਾਹੇ ਸੀਐਮ ਚੰਨੀ ਸਾਹਿਬ ਨੇ ਇਹਨੂੰ ਥੋੜਾ ਜਿਹੀ ਸਸਤੀ ਕਰ ਦਿੱਤਾ, ਉਹ ਵੀ ਡਿਫਰੈਂਟ ਸਲੈਬਸ ਦੇ ਵਿੱਚ, ਪਰ ਇਹ ਬਿਜਲੀ ਜਿਹੜਾ ਖਰਚਾ ਆ ਇਹ ਲੋਕਾਂ ਦੀ ਜੇਬ ਚੋਂ ਹੀ ਜਾਏਗਾ। ਔਰ ਪੰਜਾਬ ਦੀ ਬਿਜਲੀ ਨੂੰ 8 ਰੁਪਏ ਪ੍ਰਤੀ ਯੂਨਿਟ ਤੋਂ ਸਸਤਾ ਕਰਕੇ ਮੈਨੇਜ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਹੁਤ ਵੱਡੀ ਅਮਾਉਂਟ ਜਿਹੜੀ ਆ ਉਹ ਪੰਜਾਬ ਸਟੇਟ ਕਾਰਪੋਰੇਸ਼ਨ ਨੂੰ, ਜਿਹੜਾ ਇਲੈਕਟ੍ਰਿਸਿਟੀ ਰੈਗੂਲੇਟਰੀ ਬੋਰਡ ਹੈ, ਉਹਨਾਂ ਨੂੰ ਵੀ ਦੇਣੀ ਹੀ ਪੈਂਦੀ ਹੈ। ਅਗਰ ਮੈਂ ਇੱਕ ਐਗਜ਼ਾਮਪਲ ਦੇ ਨਾਲ ਫਿਕਸਡ ਚਾਰजेस ਦਾ ਫੰਡਾ ਸਮਝਾਉਣਾ ਹੋਵੇ ਤਾਂ ਉਹ ਇਹ ਹੈ ਕਿ ਮੰਨ ਲਓ ਆਪਾਂ ਇੱਕ ਏਸੀ ਘਰ 'ਚ ਖਰੀਦ ਕੇ ਲੈ ਕੇ ਆਉਨੇ ਆ, ਪਰ ਉਹ ਦੁਕਾਨਦਾਰ ਆਪਾਂ ਨੂੰ ਕਹਿੰਦਾ ਕਿ ਤੂੰ ਜੇਕਰ ਏਸੀ ਲੈ ਕੇ ਜਾਣਾ ਹੈ ਤਾਂ ਤੈਨੂੰ ਕਿਸ਼ਤ ਦੋਨਾਂ ਦੀ ਭਰਨੀ ਪੈਗੀ। ਤਾਂ ਆਪਾਂ ਕਹਾਂਗੇ ਕਿ ਆਪਾਂ ਤਾਂ ਸਿਰਫ ਇੱਕ ਏਸੀ ਖਰੀਦਿਆ, ਆਪਾਂ ਦੂਜੇ ਦੀ ਕਿਉਂ ਭਰਾਂਗੇ? तो दुकानदार कहता कि मेरी शर्त है, तू एक एसी लेके जाएगा पर किश्त उस एसी दी भी भरेगा जो तू खरीदिया नहीं। ये जो फिक्स्ड चार्जेस है ये सेम वही चीज है कि आप उस चीज की किश्त भर रहे हैं जिहड़ी आपां खरीदी नहीं, जिहड़ी आपां यूज नहीं कीती। हुण आने आ जिहड़ा दूसरा पॉइंट सी वेरीएबल कॉस्ट, जिहड़ी चेंज हुंदी रहिंदी है, जिहदे नाल बिजली दा मुੱਲ डिसाइड हुंदा है। वो वेरीएबल कॉस्ट हुंदी है कि जिस तरह हुण अपने जिहड़ी बिजली है ज़्यादा डिमांड जिहड़ी मैट की जाती है वो थर्मल पावर प्लांट्स तो की जाती है। प्राइवेट जिहड़े अपने थर्मल पावर प्लांट आ कोला यूज करते हैं, वो कोला बाहरों आंदा है। पंजाब दे कोल एक पछेवाड़ा जिहड़ी आ वो एक अपनी प्राइवेट साइट
ਪੰਜਾਬ ਦੀ ਸਰਕਾਰੀ ਕੋਲੇ ਦੀ ਖਾਣ ਹੈਗੇ ਆ ਮੌਜੂਦ, ਪਰ ਫਿਰ ਵੀ ਜਿਹੜਾ ਕੋਲੇ ਦੀ ਡਿਮਾਂਡ ਨੂੰ ਮੈਟ ਕਰਨ ਦੇ ਲਈ ਉੜੀਸਾ ਤੋਂ ਜਾਂ ਹੋਰ ਕਈ ਥਾਵਾਂ ਤੋਂ ਕੋਲਾ ਜਿਹੜਾ ਆ ਉਹ ਆਉਂਦਾ ਆ। ਉਹਦੇ ਲਈ ਪ੍ਰੋਪਰ ਉਹ ਜਿਹੜੀ ਟ੍ਰੇਨ ਹੁੰਦੀ ਹੈ, ਜਿਹੜੀ ਢੋਆ ਢੁਆਈ ਵਾਲੀ, ਉਹਦੇ ਵਿੱਚ ਉਹ ਕੋਲਾ ਪ੍ਰੋਪਰ ਪਹੁੰਚਦਾ ਆ। ਸੋ ਇੱਥੇ ਵੇਰੀਏਬਲ ਹੈ। ਪਹਿਲੀ ਗੱਲ ਤਾਂ ਉਹ ਜਿਹੜਾ ਕੋਲੇ ਦੀ ਕੀਮਤ ਕੀ ਹੋਏਗੀ, ਉਹ ਕੋਲਾ ਕਿਹੜਾ ਹੋਏਗਾ, ਉਹਨੂੰ ਧੋਣ ਤੇ ਕਿੰਨਾ ਪੈਸਾ ਲੱਗੇਗਾ, ਉਹਦਾ ਐਸ਼ ਕੰਟੈਂਟ ਕਿੰਨਾ ਹੋਏਗਾ, ਇਹ ਚੀਜ਼ਾਂ ਜਿਹੜੀਆਂ ਆ ਇਹ ਵੇਰੀਏਬਲ ਹੈ। ਇਹ ਵੇਰੀਏਬਲ ਤਾਂ ਨਹੀਂ ਹੈ। ਬੇਸਿਕਲੀ ਜਦੋਂ ਇਹ ਐਗਰੀਮੈਂਟ ਸਾਈਨ ਕੀਤੇ ਗਏ ਸੀ ਉਦੋਂ ਇਸ ਚੀਜ਼ਾਂ ਨੂੰ ਕੋਲੇ ਦੀ ਖਾਣ ਨੂੰ ਪਹਿਲਾਂ ਡਿਸਾਈਡ ਕਰਨਾ ਪੈਣਾ ਸੀ। ਉਹਦੇ 'ਚ ਦੱਸਣਾ ਚਾਹੀਦਾ ਸੀ ਕਿ ਇਹ ਕੋਲੇ ਦੀ ਖਾਣ ਹੈ, ਇੱਥੋਂ ਇਦਾਂ ਦਾ ਕੋਲਾ ਆ, ਇਹਨੂੰ ਧੋਣਾ ਧਵਾਈ ਤੇ ਹਰ ਇੱਕ ਚੀਜ਼ ਤੇ ਇੰਨਾ ਖਰਚਾ ਲੱਗੇਗਾ, ਉਸ ਤੋਂ ਬਾਅਦ ਆਪਾਂ ਰੇਟ ਡਿਸਾਈਡ ਕਰਾਂਗੇ। ਪਰ ਜਦੋਂ ਇਹ ਐਗਰੀਮੈਂਟ ਕੀਤੇ ਗਏ ਉਹ ਕੋਲੇ ਦੀ ਖਾਣਾ ਦਾ ਕੋਈ ਜ਼ਿਕਰ ਨਹੀਂ ਸੀਗਾ। ਇਸੇ ਕਰਕੇ ਇਹ ਜੋ ਪ੍ਰਾਈਵੇਟ ਕੰਪਨੀਆਂ ਸੀ, ਇਹਨਾਂ ਨੂੰ ਕੋਲੇ ਦਾ ਅਰੇਂਜਮੈਂਟ ਵਿੱਚ ਸੈਂਟਰ ਦੀ ਜੋ ਸਰਕਾਰ ਹੈ ਉਹਨਾਂ ਨੇ ਜਿਹੜੇ ਅਲੋਟਡ ਕੋਲੇ ਦੇ ਖਾਣਾ ਸੀਗੀਆਂ ਉਹਨਾਂ ਨੂੰ ਕੈਨਸਲ ਕਰ ਦਿੱਤਾ ਸੀ, ਔਰ ਫਿਰ ਜਿਹੜੀਆਂ ਪ੍ਰਾਈਵੇਟ ਕੰਪਨੀ ਸੀ ਜਾਂ ਪੰਜਾਬ ਸਰਕਾਰ ਸੀ, ਇਹਨਾਂ ਨੂੰ ਕੋਲੇ ਦਾ ਅਰੇਂਜਮੈਂਟ ਅਲੱਗ-ਅਲੱਗ ਹੋਰ ਥਾਵਾਂ ਤੋਂ ਕਰਨਾ ਪਿਆ। ਸੋ ਉੱਥੋਂ ਕੋਲਾ ਲੈ ਕੇ ਆਉਣ ਦਾ ਖਰਚਾ ਵੱਧ ਗਿਆ, ਉੱਥੋਂ ਜਿਹੜਾ ਕੋਲਾ ਲੈ ਕੇ ਆਉਣ ਦੇ EMPLOYMENT ਜਿਹੜੀ ਉੱਥੇ ਲੇਬਰ ਸੀ ਉਹਨਾਂ ਦਾ ਖਰਚਾ ਵੱਧ ਗਿਆ। ਕੋਲਾ ਮਹਿੰਗਾ ਮਿਲਿਆ, ਕਿਤੇ ਉਹ ਸਸਤਾ ਮਿਲਿਆ, ਪਲੱਸ ਜਿਹੜਾ ਉਹ ਕੋਲਾ ਉੱਥੋਂ ਮਿਲਿਆ ਉਹ ਗੰਦਾ ਸੀ, ਉਹਨੂੰ ਧੋਣ ਦੇ ਵਿੱਚ, ਉਹਦੀ ਵਾਸ਼ਿੰਗ ਕਰਨ ਦੇ ਵਿੱਚ ਬਹੁਤ ਖਰਚਾ ਜਿਹੜਾ ਉਹ ਐਕਸਟਰਾ ਲੱਗਦਾ ਹੈ। ਕੋਲੇ ਦਾ ਐਸ਼ ਕੰਟੈਂਟ ਹੁੰਦਾ ਹੈ ਜਿਹੜਾ ਮਾਇਨੇ ਰੱਖਦਾ ਹੈ। ਸੋ ਉਹਨੂੰ ਉਸ ਹਿਸਾਬ ਦੇ ਨਾਲ ਫਰਦਰ ਟ੍ਰੀਟ ਕਰਨਾ ਪੈਂਦਾ, ਜਿਹਦੇ ਤੇ ਫਰਦਰ ਐਕਸਪੈਂਸਿਸ ਹੋਰ ਮਹਿੰਗਾ ਜਾਂ ਆਪਾਂ ਕਹਿ ਲਈਏ ਹੋਰ ਖਰਚਾ ਆਪਣਾ ਹੁੰਦਾ ਹੈ। ਸੋ ਇਹ ਜਿਹੜੇ ਖਰਚੇ ਆ ਇਹ ਬਦਲਦੇ ਰਹਿੰਦੇ ਆ, ਇਹ ਕਾਂਸਟੈਂਟ ਨਹੀਂ ਹੁੰਦੇ। ਇਹ ਮੌਕੇ ਤੋਂ ਮੌਕੇ ਤੇਲ ਦਾ ਖਰਚਾ ਕਿੰਨਾ ਹੈ, ਪੈਟਰੋਲ ਡੀਜ਼ਲ ਕੋਲੇ ਦਾ ਕੀਮਤ ਕੀ ਹੈ, ਕੋਲੇ ਨੂੰ ਧੋਣ ਤੇ ਕਿੰਨਾ ਖਰਚਾ ਆਇਆ, ਕੋਲਾ ਉੜੀਸਾ ਤੋਂ ਲਿਆ, ਬਿਹਾਰ ਤੋਂ ਲਿਆ, ਇਹ ਚੀਜ਼ਾਂ ਦਾ ਬਹੁਤ ਫਰਕ ਪਾ ਕੇ ਇਹ ਰੇਟ ਜੋ ਹੈ ਇਹ ਘਟਦਾ ਵੱਧਦਾ ਰਹਿੰਦਾ। ਸੋ ਇਹ ਜੋ ਵੇਰੀਏਬਲ ਕਾਸਟ ਹੈ ਤੇ ਜਿਹੜੀ ਫਿਕਸਡ ਕਾਸਟ ਹੈ, ਇਹ ਦੋਨੋਂ ਜਿਹੜੀਆਂ ਚੀਜ਼ਾਂ ਮਿਲ ਕੇ ਆਪਣੇ ਪਰ ਯੂਨਿਟ ਜਿਹੜਾ ਬਿਜਲੀ ਦਾ ਮੁੱਲ ਉਹ ਤੈਅ ਕਰ ਰਹੀਆਂ। ਔਰ ਇਹ ਦੋਨਾਂ ਚੀਜ਼ਾਂ ਦਾ ਹੀ ਜੋ ਐਗਰੀਮੈਂਟਸ ਦੇ ਵਿੱਚ ਜੋ ਲੇਖਾ ਜੋਖਾ ਹੈ ਉਹ ਪ੍ਰੋਪਰਲੀ ਨਹੀਂ ਕੀਤਾ ਗਿਆ। ਫਿਕਸਡ ਚਾਰजेस ਜਿਹੜੇ ਆ ਉਹ ਉਹਨਾਂ ਯੂਨਿਟਾਂ ਦਾ ਵੀ ਦੇਣ ਦਾ ਵਾਅਦਾ ਕਰ ਦਿੱਤਾ ਗਿਆ ਜੋ ਆਪਾਂ ਨਹੀਂ ਖਰੀਦਾਂਗੇ। ਪਲੱਸ ਜਿਹੜਾ ਕੋਲੇ ਦਾ ਰੇਟ ਹੈ, ਕੋਲੇ ਦਾ ਸੋਰਸ ਕੀ ਹੈ, ਕਿੱਥੋਂ ਕੋਲਾ ਲੈ ਕੇ ਆਵਾਂਗੇ, ਉਹ ਚੀਜ਼ ਡਿਸਾਈਡ ਨਹੀਂ ਕੀਤੀ ਗਈ। ਬਸ ਤੈਅ ਕਰ ਦਿੱਤੇ ਗਏ ਐਗਰੀਮੈਂਟਸ ਜਲਦਬਾਜ਼ੀ 'ਚ ਕਹਿ ਲਓ, ਜਾਂ ਇਹ ਕੁਝ ਬਿਊਰੋਕਰੇਟਸ ਦੀ ਗਲਤੀ ਕਹਿ ਲਓ, ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੇ ਆਪਣੇ ਲੀਡਰ ਹੈ ਉਹ ਬਸ ਮੌਕਾ ਪ੍ਰਸਤ ਰਾਜਨੀਤੀ ਹੈ, ਬਸ ਅੱਜ ਦਾ ਕੰਮ ਸਾਰੋ ਅੱਗੇ ਦੀ ਦੇਖੀ ਜਾਊਗੀ, ਇਸ ਥਿਊਰੀ ਦੇ ਕੰਮ ਕਰਦੇ ਆ। ਦੈਟਸ ਵਾਈ ਇਹ ਜਿਹੜੀਆਂ ਦੋ ਚੀਜ਼ਾਂ ਆ, ਥੀਸ ਆਰ ਕਾਸਟਿੰਗ ਅਸ ਪਰ ਯੂਨਿਟ ਜ਼ਿਆਦਾ ਖਰਚਾ ਦੇਣਾ ਪੈ ਰਿਹਾ। ਪਾਵਰ ਪਰਚੇਜ਼ ਐਗਰੀਮੈਂਟਸ ਦੇ ਵਿੱਚ ਕੋਲਡ ਵਾਸ਼ਿੰਗ ਦਾ ਕੋਈ ਵੀ ਕੋਲੇ ਦੀ ਕੁਆਲਿਟੀ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਸੀਗਾ। ਇਸੇ ਕਰਕੇ ਜਿਹੜੀਆਂ ਪ੍ਰਾਈਵੇਟ ਕੰਪਨੀ ਸੀਗੀਆਂ ਉਹਨਾਂ ਨੇ ਜਦੋਂ ਕੋਲਾ ਅਰੇਂਜ ਕੀਤਾ, ਉਸ ਕੋਲੇ ਨੂੰ ਅਰੇਂਜ ਕਰਕੇ ਲਿਆਉਣ ਤੇ ਉਹਨੂੰ ਧੋਣ ਧਵਾਈ ਤੇ ਉੱਤੇ ਜੋ ਵੀ ਖਰਚਾ ਆਇਆ ਕੋਲ ਵਾਸ਼ਿੰਗ ਦਾ, ਉਹ ਉਹਨਾਂ ਨੇ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ। ਸੋ ਸਰਕਾਰ ਇਸ ਚੀਜ਼ ਦਾ ਵਿਰੋਧ ਕਰਦੀ ਹੈ, ਉਹਨਾਂ ਨੂੰ ਉਸ ਕੋਲ ਵਾਸ਼ਿੰਗ ਦੇ ਪੈਸੇ ਨਹੀਂ ਦਿੰਦੀ, ਜਿਹਦੇ ਖਿਲਾਫ 2 ਕੇਸ ਪੰਜਾਬ ਸਰਕਾਰ ਦੇ ਖਿਲਾਫ ਪੈਂਦੇ ਆ। ਉਹ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਰਾਜਪੁਰਾ ਔਰ ਤਲਵੰਡੀ ਸਾਬੋ ਵਾਲੀਆਂ, ਉਹ ਕੇਸ ਕਰਦੇ ਆ ਸਰਕਾਰ ਦੇ ਉੱਤੇ ਕਿ ਸਾਡਾ ਪੈਸਾ ਬਣਦਾ ਹੈ ਸਰਕਾਰ ਵੱਲ, ਸਾਨੂੰ ਮਿਲ ਨਹੀਂ ਰਿਹਾ। ਉਹ ਪੈਸਾ ਕਾਹਦਾ ਸੀ? ਉਹ ਪੈਸਾ ਉਹ ਸੀ ਵੀ ਇਹ ਕੋਲਾ ਜਿਹਦਾ ਐਗਰੀਮੈਂਟ ਬਿਜਲੀ ਸਮਝੌਤਿਆਂ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਠੋਸ ਰੂਪ ਦੇ ਵਿੱਚ, ਸਿਰਫ ਔਰ ਸਿਰਫ ਇੱਕ ਤੁੱਕੇ ਦੇ ਨਾਲ ਹੀ ਕੰਮ ਚਲਾਇਆ ਗਿਆ। ਉਹ ਪੈਸਾ ਜੋ ਪ੍ਰਾਈਵੇਟ ਕੰਪਨੀਆਂ ਮੰਗਦੀਆਂ ਸੀ, ਉਹ ਕੇਸ ਜਿਹੜਾ ਸਟੇਟ ਦੀ ਪਹਿਲਾਂ ਰੈਗੂਲੇਟਰੀ ਕਮਿਸ਼ਨ ਕੋ ਜਾਂਦਾ ਹੈ, ਫਿਰ ਨੈਸ਼ਨਲ ਕਮਿਸ਼ਨ ਕੋ ਜਾਂਦਾ ਹੈ, ਦੋਨਾਂ ਥਾਵਾਂ ਤੇ ਫੈਸਲਾ ਜਿਹੜਾ ਉਹ ਪੰਜਾਬ ਸੂਬੇ ਦੇ ਹੱਕ ਚ ਆਉਂਦਾ ਹੈ। ਪਰ ਉਸ ਤੋਂ ਬਾਅਦ ਜਿਹੜੀ ਆਏ ਪ੍ਰਾਈਵੇਟ ਕੰਪਨੀਆਂ ਹੈ, ਇਹ ਸੁਪਰੀਮ ਕੋਰਟ ਚ ਪਹੁੰਚ ਜਾਂਦੀਆਂ ਔਰ ਸੁਪਰੀਮ ਕੋਰਟ ਇਹਨਾਂ ਪ੍ਰਾਈਵੇਟ ਕੰਪਨੀਆਂ ਦੇ ਹੱਕ ਚ ਫੈਸਲਾ ਸੁਣਾਉਂਦਾ ਹੈ ਔਰ ਪੰਜਾਬ ਸੂਬੇ ਨੂੰ 250 ਕਰੋੜ ਤੋਂ ਵੀ ਜ਼ਿਆਦਾ ਪੈਸਾ ਇਹਨਾਂ ਕੰਪਨੀਆਂ ਨੂੰ ਭਰਨ ਦਾ ਹੁਕਮ ਦਿੰਦਾ ਹੈ। ਸੋ ਇਹ 2 ਕੇਸ ਹੀ ਇਦਾਂ ਦੇ। ਸੋ ਜਿੰਨਾ ਪੈਸਾ ਪੰਜਾਬ ਸਰਕਾਰ ਐਜ਼ ਏ ਜੁਰਮਾਨਾ ਜਾਂ ਐਜ਼ ਏ ਕੋਲਾ ਧਵਾਈ ਦਾ ਹੀ ਇਹ ਪ੍ਰਾਈਵੇਟ ਕੰਪਨੀਆਂ ਨੂੰ ਭਰ ਚੁੱਕੀ ਹੈ, ਐਨੇ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਆਪਣੇ 2 ਥਰਮਲ ਪਾਵਰ ਪਲਾਂਟਸ ਲੱਗ ਸਕਦੇ ਸੀ, ਜਾਂ ਪੰਜਾਬ ਦਾ ਹੋਰ ਬਿਜਲੀ ਇਨਫਰਾਸਟ੍ਰਕਚਰ ਉਹ ਖੜਾ ਕੀਤਾ ਜਾ ਸਕਦਾ ਸੀ। ਬਿਜਲੀ ਸਮਝੌਤਿਆਂ ਤੇ ਜੋ ਮੇਨ ਚਰਚਾ ਸ਼ੁਰੂ ਹੁੰਦੀ ਹੈ, ਇਹ ਸ਼ੁਰੂ ਹੁੰਦੀ ਹੈ, ਪਹਿਲੀ ਗੱਲ ਤਾਂ ਸ਼ੁਰੂ ਹੁੰਦੀ 2017 ਤੋਂ ਜ਼ਿਆਦਾ, ਬਿਕੋਜ਼ ਉਦੋਂ ਸਰਕਾਰ ਬਦਲਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਆਉਂਦੀ ਹੈ ਔਰ ਉਹਨਾਂ ਨੇ ਆ ਕੇ ਪਹਿਲੀ ਗੱਲ ਤਾਂ ਉਹਨਾਂ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਅਸੀਂ ਆਂਦੇ ਹੀ ਰੀਨੈਗੋਸ਼ੀਏਟ ਕਰਾਂਗੇ ਇਹਨਾਂ ਸਮਝੌਤਿਆਂ ਨੂੰ। ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕੀ ਇਹ ਸਮਝੌਤੇ ਰੀਨੈਗੋਸ਼ੀਏਟ ਕੀਤੇ ਜਾ ਸਕਦੇ ਆ
ਕੀ ਇਹ ਸਮਝੌਤੇ ਕੈਨਸਲ ਕੀਤੇ ਜਾ ਸਕਦੇ ਆ, ਕੀ ਇਹ ਸਮਝੌਤੇ ਪਾੜ ਕੇ ਸੁੱਟੇ ਜਾ ਸਕਦੇ ਆ। ਇਹ ਸਾਰੀ ਵੀਡੀਓ ਆਪਾਂ ਅਗਲੀ ਵੀਡੀਓ 'ਚ ਇਹਦੇ ਤੇ ਗੱਲਬਾਤ ਕਰਾਂਗੇ। ਸੋ 2017 ਦੇ ਵਿੱਚ ਇਹ ਮੇਨ ਮੁੱਦਾ ਸ਼ੁਰੂ ਹੁੰਦਾ ਹੈ, ਪਰ ਇੱਥੇ ਵੀ ਦੇਖੋ ਦੋ ਜਿਹੜੇ ਪਾਵਰ ਪਲਾਂਟ ਸੀਗੇ, ਰੋਪੜ ਦੇ 2 ਯੂਨਿਟ ਔਰ ਬਠਿੰਡਾ ਥਰਮਲ ਪਾਵਰ ਪਲਾਂਟ, ਇਹਨਾਂ ਨੂੰ ਡੀਕੰਪੋਜ਼ ਕਰ ਦਿੱਤਾ ਜਾਂਦਾ। ਪਰ ਉਹਨਾਂ ਨੂੰ ਜਦੋਂ ਬੰਦ ਕਰ ਦਿੱਤਾ ਗਿਆ, ਆਪਣੇ ਕੋਲ ਕੋਈ ਆਲਟਰਨੇਟਿਵ ਜਾਂ ਕੋਈ ਹੋਰ એનર્ਜੀ ਦਾ ਸੋਰਸ ਖੜਾ ਨਹੀਂ ਕੀਤਾ ਗਿਆ। ਸਿਰਫ ਔਰ ਸਿਰਫ ਇੱਕ ਉਮੀਦ ਹੈ, ਸਰਕਾਰ ਨੂੰ ਪਤਾ ਹੈ ਕਿ ਸਾਨੂੰ ਕੋਈ ਨਵਾਂ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ ਜ਼ਰੂਰਤ ਨਹੀਂ, ਅਸੀਂ ਬਿੱਲ ਵਧਾ ਦਾਂਗੇ, ਯੂਨਿਟ ਵਧਾ ਦਾਂਗੇ, ਲੋਕਾਂ ਤੋਂ ਪੈਸਾ ਲਵਾਂਗੇ, ਇੱਕ ਪ੍ਰਾਈਵੇਟ ਕੰਪਨੀਆਂ ਤੋਂ ਖਰੀਦ ਕੇ ਲੋਕਾਂ ਨੂੰ ਦੇ ਦਾਂਗੇ। ਨਾਲ ਦੀ ਨਾਲ ਜਦੋਂ ਸਰਕਾਰ ਨੂੰ ਪਤਾ ਹੈ ਕਿ ਅਸੀਂ 800 ਮੈਗਾਵਾਟ ਦੇ 2 ਥਰਮਲ ਪਾਵਰ ਪਲਾਂਟ ਆਪਣੇ ਯੂਨਿਟ ਬੰਦ ਕਰ ਦਿੱਤੇ ਆ, ਸੋ ਸਾਨੂੰ ਅਗਰ ਇਹ 800 ਮੈਗਾਵਾਟ ਕੱਲ ਨੂੰ ਬਾਹਰੋਂ ਮੰਗਵਾਉਣੀ ਵੀ ਪੈ ਗਈ, ਆਪਾਂ ਨੂੰ ਬਾਹਰੋਂ ਕਿਸੇ ਨੈਸ਼ਨਲ ਗ੍ਰਿਡ ਤੋਂ, ਐਕਸਚੇਂਜ ਤੋਂ ਜਾਂ ਕਿਸੇ ਪ੍ਰਾਈਵੇਟ ਕੰਪਨੀ ਤੋਂ ਲੈਣੀ ਪੈ ਗਈ, ਤਾਂ ਸਾਡਾ ਜਿਹੜਾ ਟਰਾਂਸਮਿਸ਼ਨ ਵਾਲਾ ਜਿਹੜਾ ਸਿਸਟਮ ਹੈ, ਜਿਹੜੀ ਸਾਡੀ ਟਰਾਂਸਮਿਸ਼ਨ ਕੈਪੈਸਿਟੀ ਹੈ, ਕੀ ਉਹ ਅਪ ਟੂ ਡੇਟ ਹੈ? ਉਹਨੂੰ ਵੀ ਵਧਾਉਣ ਦਾ ਕੋਈ ਵੀ 2006 ਜਾਂ 7 ਤੋਂ ਬਾਅਦ ਕੋਈ ਵੀ ਕਦਮ ਸਰਕਾਰ ਵੱਲੋਂ ਨਹੀਂ ਚੱਕੇ ਗਏ ਕਿ ਇਹ ਜੋ ਪੰਜਾਬ ਦੀ ਜੋ ਬਿਜਲੀ ਇਨਫਰਾਸਟ੍ਰਕਚਰ ਆ, ਇਹਦੇ ਵਿੱਚ ਟਰਾਂਸਮਿਸ਼ਨ ਕੈਪੈਸਿਟੀ ਨੂੰ ਵਧਾਇਆ ਜਾ ਸਕੇ ਔਰ ਇਹਦੇ ਹੋਰ ਜਿਹੜੇ ਫਾਲਟ ਹੈ ਉਹਨਾਂ ਨੂੰ ਦਰੁਸਤ ਕੀਤਾ ਜਾ ਸਕੇ। ਤੇ ਦਿੱਲੀ ਦੀ ਐਗਜ਼ਾਮਪਲ ਲੈਣੀ ਬਣਦੀ ਹੈ ਕਿ ਦਿੱਲੀ 1700 ਕਰੋੜ ਦੀ ਸਬਸਿਡੀ ਪ੍ਰਾਈਵੇਟ ਕੰਪਨੀਆਂ ਨੂੰ ਦਿੰਦੀ ਹੈ ਔਰ ਆਪਣੇ ਲੋਕਾਂ ਨੂੰ ਫ੍ਰੀ ਦੇ ਵਿੱਚ ਬਿਜਲੀ ਮੁਹੱਈਆ ਕਰਾਉਂਦੀ ਹੈ। ਸੋ ਦਿੱਲੀ ਦੇ ਵਿੱਚ ਆਪਾਂ ਮੰਨਦੇ ਹਾਂ ਬਿਜਲੀ ਦਾ ਜਿਹੜਾ ਪਰ ਯੂਨਿਟ ਰੇਟ ਹੈ ਉਹ ਵੀ ਘੱਟ ਹੈ, ਇਸੇ ਕਰਕੇ ਉਨੀ ਹੀ ਘੱਟ ਸਬਸਿਡੀ ਜਾਂਦੀ ਹੈ। ਪਰ ਆਪਣੇ ਪੰਜਾਬ ਦੇ ਵਿੱਚ ਬਿਜਲੀ ਦਾ ਮੁੱਲ ਹੀ ਜਦੋਂ 8 ਰੁਪਏ ਪ੍ਰਤੀ ਯੂਨਿਟ ਹੈ, ਤਾਂ ਫਿਰ ਜਿਹੜੀ ਸਬਸਿਡੀ ਦੀ ਅਮਾਉਂਟ ਆ ਉਹ ਵੀ ਜ਼ਿਆਦਾ ਵੱਧ ਜਾਂਦੀ ਹੈ। ਸੋ ਪੰਜਾਬ ਇੱਥੇ 9000 ਕਰੋੜ ਦੀ ਸਬਸਿਡੀ ਦਿੰਦਾ ਹੈ ਐਗਰੀਕਲਚਰ ਦੇ ਉੱਤੇ ਜਾਂ ਹੋਰ ਲੋਕਾਂ ਨੂੰ ਜਿਹੜੇ ਕੁਝ ਉਹਨਾਂ ਦੀਆਂ ਸਲੈਬਸ ਬਣੀਆਂ ਉਹਨਾਂ ਨੂੰ ਵੀ ਮਿਲਦੀ ਹੈ। ਸੋ ਪਰ ਜਿਹੜਾ ਪੰਜਾਬ ਸਰਕਾਰ ਹੈ ਉਹ ਨਾ ਤਾਂ ਫਾਈਨੈਂਸ਼ੀਅਲ ਸਪੋਰਟ ਪੰਜਾਬ ਦੇ ਪਾਵਰ ਇਨਫਰਾਸਟ੍ਰਕਚਰ ਨੂੰ ਟਾਈਮ ਟੂ ਟਾਈਮ ਦਿੰਦੇ ਆ ਔਰ ਨਾ ਹੀ ਇਹਨਾਂ ਸਬਸਿਡੀਜ਼ ਦਾ ਪੈਸਾ ਜਿਹੜਾ ਉਹ ਪੰਜਾਬ ਸਟੇਟ ਜਿਹੜੀ ਪਾਵਰ ਕਾਰਪੋਰੇਸ਼ਨ ਲਿਮਿਟਡ ਹੈ ਉਹਨੂੰ ਦਿੱਤਾ ਜਾਂਦਾ ਟਾਈਮ ਟੂ ਟਾਈਮ। ਸੋ ਇੱਕ ਪਾਵਰ ਜਿਹੜੀ ਕਾਰਪੋਰੇਸ਼ਨ ਲਿਮਿਟਡ ਹੈ ਆਪਣੀ, ਉਹ ਵੀ ਇੱਕ ਤਰ੍ਹਾਂ ਨਾਲ ਕਰਜ਼ੇ ਦੇ ਵਿੱਚ ਦੱਬੀ ਹੋਈ ਹੈ, ਕਰਜ਼ੇ ਦੇ ਬੋਝ ਦੇ ਹੇਠ ਆ। ਸੋ ਫਿਊਚਰਿਸਟਿਕ ਜੋ ਆਪਣੀ ਡਿਮਾਂਡ ਵੱਧ ਰਹੀ ਹੈ ਬਿਜਲੀ ਦੀ, ਉਹਨੂੰ ਐਂਟੀਸਿਪੇਟ ਕਰਕੇ ਉਹਦੇ ਲਈ ਅੱਜ ਦੀ ਡੇਟ 'ਚ ਹੀ ਕੋਈ ਕਦਮ ਜੀ ਚੱਕਣਾ ਹੋਵੇ ਤਾਂ ਉਹ ਸਰਕਾਰ ਦਾ ਕਿਤੇ ਵੀ ਨਜ਼ਰ ਨਹੀਂ ਆਉਂਦਾ। ਹੁਣ ਪਿਛਲੇ ਮਹੀਨੇ 30 ਔਰ 31 ਅਕਤੂਬਰ ਨੂੰ ਚਰਨਜੀਤ ਸਿੰਘ ਚੰਨੀ ਨਵੇਂ ਬਣੇ ਮੁੱਖ ਮੰਤਰੀ, ਸੋ ਉਹ ਵੀ ਇੱਕ ਕਾਲੀ ਜੀ ਫੈਸਲੇ ਕਰ ਰਹੇ ਆ। ਉਹਨਾਂ ਨੇ ਬਹੁਤ ਕੁਇਕਲੀ ਨੋਟਿਸ ਭੇਜ ਦਿੱਤੇ ਪੰਜਾਬ ਦੇ 2-3 ਜਿਹੜੇ ਗੋਇੰਦਵਾਲ ਸਾਹਿਬ ਵਾਲੇ ਜੀਵੀਕੇ ਜਿਹੜੇ ਥਰਮਲ ਪਾਵਰ ਪਲਾਂਟ ਵਾਲੇ ਆ, ਪਲੱਸ ਜਿਹੜੀ ਦਮੋਦਰ ਵੈਲੀ ਕਾਰਪੋਰੇਸ਼ਨ ਆ, ਉਹਨਾਂ ਦੇ ਜਿਹੜੇ ਪਾਵਰ ਪਲਾਂਟਸ ਆ ਜਿਨ੍ਹਾਂ ਨਾਲ ਪਾਵਰ ਪਰਚੇਜ਼ ਐਗਰੀਮੈਂਟਸ ਹੋਏ ਆ, ਉਹਨਾਂ ਨੂੰ ਵੀ ਨੋਟਿਸ ਭੇਜ ਦਿੱਤੇ ਕਿ ਅਸੀਂ ਤੁਹਾਡੇ ਨਾਲ ਕੈਂਸਲ ਕਰ ਰਹੇ ਆ, ਸਾਰੇ ਐਗਰੀਮੈਂਟ ਕੈਂਸਲ ਕਰ ਰਹੇ ਆ, ਸਮਝੌਤੇ ਰੱਦ ਕਰ ਰਹੇ ਆ, ਦਿਸ ਐਂਡ ਦੈਟ, ਤੁਹਾਡੀਆਂ ਡਿਮਾਂਡਸ ਮੈਟ ਨਹੀਂ ਹੋਈਆਂ। ਤੁਸੀਂ ਦੇਖੋ ਵੀ ਹਜੇ ਉਹਨਾਂ ਨੇ ਨੋਟਿਸ ਭੇਜਿਆ 30-31 ਨੂੰ, ਪਲੱਸ ਮਹਿਜ 7 ਜਾਂ 8 ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਅਪੀਲੇਟ ਜਿਹੜਾ ਟ੍ਰਿਬਿਊਨਲ ਆ ਉਹਦੇ ਵੱਲੋਂ ਸਟੇ ਲਾ ਦਿੱਤੀ ਗਈ ਹੈ ਸਰਕਾਰ ਦੇ ਇਹਨਾਂ ਹੁਕਮਾਂ ਦੇ ਉੱਤੇ, ਇਹਨਾਂ ਨੋਟਿਸ ਦੇ ਉੱਤੇ। ਉਹ ਸਟੇ ਦੇ ਵਿੱਚ ਬਕਾਇਦਾ ਵਰਡ ਯੂਜ਼ ਕੀਤਾ ਗਿਆ ਹੈ ਕਮਿਸ਼ਨ ਵੱਲੋਂ ਕਿ ਇਹ ਕਿਹਾ ਗਿਆ ਟ੍ਰਿਬਿਊਨਲ ਵੱਲੋਂ ਕਿ ਜਿਹੜੀ ਪੰਜਾਬ ਸਰਕਾਰ ਹੈ ਇਜ਼ ਓਬਲਾਈਜ਼ਡ ਟੂ ਬਾਏ ਪਰਚੇਜ਼ ਬਿਜਲੀ ਅਪੀਲੈਂਟ ਦੇ ਕੋਲ ਜਿਹਨੇ ਅਪੀਲ ਕੀਤੀ ਆ ਉਹਨਾਂ ਦੇ ਕੋਲੋਂ ਅੰਡਰ ਦਾ ਟਰਮਸ ਆਫ ਪਾਵਰ ਪਰਚੇਜ਼ ਐਗਰੀਮੈਂਟਸ। ਸੋ ਇਹ ਇੱਕ ਜਲਦਬਾਜ਼ੀ ਚ ਲਏ ਹੋਏ ਫੈਸਲੇ ਆ। ਚੰਨੀ ਸਰਕਾਰ ਦੇ ਵੀ ਸਿਰਫ ਵੋਟਾਂ ਨੂੰ ਮੱਦੇਨਜ਼ਰ ਰੱਖ ਕੇ ਫੈਸਲੇ ਕਰ ਰਹੇ ਆ, ਪਰ ਆਪਾਂ ਨੂੰ ਵੀ ਪਤਾ ਹੈ ਜਦੋਂ ਝੋਨੇ ਦਾ ਸੀਜ਼ਨ ਆਏਗਾ ਅਗਲੀ ਜੂਨ-ਜੁਲਾਈ ਦੇ ਵਿੱਚ, ਗਰਮੀਆਂ ਦੇ ਵਿੱਚ, ਫਿਰ ਇਹ ਡਿਮਾਂਡ ਨੂੰ ਮੀਟ ਕਰਨ ਦੇ ਲਈ ਬਹੁਤ ਵੱਡੀਆਂ ਪ੍ਰੋਬਲਮਸ ਅਰਾਈਜ਼ ਹੋ ਸਕਦੀਆਂ ਆ। ਸਿਰਫ ਔਰ ਸਿਰਫ ਪ੍ਰਾਈਵੇਟ ਆਰਗੇਨਾਈਜੇਸ਼ਨ ਜਿਹੜੇ ਥਰਮਲ ਪਲਾਂਟਸ ਆ ਉਹਨਾਂ ਨੂੰ ਨੋਟਿਸ ਭੇਜ ਦੇਣਾ ਇਜ਼ ਨਾਟ ਦਾ ਸੋਲੂਸ਼ਨ। ਉਹਨਾਂ ਤੇ ਪ੍ਰੈਸ਼ਰ ਬਿਲਡ ਅਪ ਕਰਨਾ ਮਾਈਟ ਬੀ ਦਾ ਸੋਲੂਸ਼ਨ। ਕੋਈ ਵੀ ਆਲਟਰਨੇਟਿਵ ਢੰਗ ਤਾਂ ਸਰਕਾਰ ਵੱਲੋਂ ਕੋਈ ਵੀ ਚੁਣਿਆ ਨਹੀਂ ਗਿਆ, ਬਣਾਇਆ ਨਹੀਂ ਗਿਆ ਉਹਨਾਂ ਦਾ, ਅਗਰ ਪਰ ਸਰਕਾਰ ਨੂੰ ਇੱਥੇ ਪਤਾ ਸੀ ਕਿ ਇਹ ਐਗਰੀਮੈਂਟਸ ਕੈਂਸਲ ਹੋ ਹੀ ਨਹੀਂ ਸਕਦੇ। ਇਹ ਵੀਡੀਓ ਆਪਾਂ ਅਗਲੀ 'ਚ ਗੱਲਬਾਤ ਕਰਾਂਗੇ।